जित दिन देह बिनससी तित वेले कहसन प्रेत। पकड़ चलायन दूत जम किसे न देनी भेत। छड्ड खड़ोते खिने माहे जिन स्यों लगा हेत। कहते जिन्हां नाल बड़ा प्यार करदा सी वो सारे ही छड्ड के खड़े हो गए। शरीर नूं देख रहे हन पर शरीर दे अंदर जिहड़ा तड़फ रिहा है ਉਹਨੂੰ थोड़ी कोई देख रहा है। शरीर जिहदा छुट रहा है ਉਹਨੂੰ थोड़ी कोई देखदा है। शरीर नूं आदमी छड्डना नहीं चाहुंदा है अंत वेले, क्योंकि शरीर दुबारा बाहर जुड़िया होया है। फिर बाहरों संबंध टुट जाता बच्चियां नालों, परिवार नालों, घर नाल। फिर ना ही देख सकता है बच्चियां नूं, क्योंकि शरीर नहीं होना है। ना सुन सकता है, ना बोल सकता है, ना स्पर्श कर सकता है। तो डरता है आदमी मरनों, इस करके डरता है। अंत काल किन्ना ना तड़फदा होवे। हुण तुसीं सोचो, हुण सुरत नहीं तुहाडी हट रही है, छिन पल भी नहीं छड्ड रही है संसार नाल, संसार तो नहीं हट रही है। तुसीं डरदे हो ते अंत वेले किवें हटेगी। तो उदों फिर आदमी तड़फदा है, पर कोई भी सहायक नहीं हो सकता है उदों, क्योंकि सहायक शरीर दे ही हो सकते हैं। तो शरीर तो बाद तो सहायता तुहाडा अपना कोई भी नहीं करेगा। इसे कारण ही क्या है ना भी इहो जे सज्जण लोड़दा हो ਜਿਹੜੇ ਚੱਲਦਿਆਂ ਨਾਲ ਚੱਲਣ। ਜਿੱਥੇ ਲੇਖਾ ਮੰਗੀਏ ਤਿਸੇ ਖੜੇ ਦਸਣ। ਵੀ ਉਹ ਸੱਜਣ ਟੋਲੋ ਤੇ ਇਹ ਜਿਹੜੇ ਸੱਜਣ ਹਨ ਇਹ ਜੀਂਦੇ ਜੀ ਵੀ ਸਾਥ ਨਹੀਂ ਨਿਭਾਉਂਦੇ ਹਨ। ਜਿਨ੍ਹਾਂ ਦੀ ਖਾਤਰ ਤੁਸੀਂ ਆਪਣਾ ਜੀਵਨ ਲਾ ਰਹੇ ਹੋ, ਅਮੋਲਕ ਗਵਾ ਰਹੇ ਹੋ। ਤੇ ਜਿਹੜੇ ਸੱਜਣ ਹਨ ਨਾ, ਜਿਨ੍ਹਾਂ ਨੂੰ ਤੁਸੀਂ ਮਿੱਤਰ ਕਹਿੰਦੇ ਹੋ, ਆਪਣੇ ਕਹਿੰਦੇ ਹੋ, ਜਿਨ੍ਹਾਂ ਦੀ ਖਾਤਰ ਛਿੱਤਰ ਖਾਂਦੇ ਹੋ, ਉਹ ਸਗੋਂ ਤੁਹਾਨੂੰ ਫਸਾ ਰਹੇ ਹਨ। ਉਹ ਤੁਹਾਨੂੰ ਬੰਧਨ ਵਿੱਚ ਪਾ ਰਹੇ ਹਨ, ਦੁੱਖਾਂ ਵਿੱਚ ਪਾ ਰਹੇ ਹਨ, ਨਰਕਾਂ ਵਿੱਚ ਪਾ ਰਹੇ ਹਨ। ਨਰਕ ਦੀ ਸ਼ੁਰੂਆਤ ਸਵਰਗ ਤੋਂ ਹੁੰਦੀ ਹੈ, ਦੁੱਖ ਦੀ ਸ਼ੁਰੂਆਤ ਸੁੱਖ ਤੋਂ ਹੁੰਦੀ ਹੈ। ਇਹ ਗੱਲ ਖਿਆਲ ਵਿੱਚ ਲਓ। ਸੁਖ ਮੰਗਤ ਦੁੱਖ ਆਗ ਲਿਆਵੇ, ਸੋ ਸੁਖ ਹਮਹੁ ਨਾ ਮੰਗਿਆ ਪਾਵੇ।
ਇਹ ਐਵੇਂ ਨਹੀਂ ਕਹਿ ਰਹੇ, ਇਹਨਾਂ ਨੇ ਜਾਣਿਆ ਸੀ ਵੀ ਸੁੱਖ ਤੋਂ ਬਾਅਦ ਦੁੱਖ। ਹੁਣ ਇਉਂ ਸਮਝੋ ਤੁਸੀਂ ਵੀ ਬੱਚਾ ਪੈਦਾ ਹੋਇਆ ਅਤੇ ਮਾਤਾ ਪਿਤਾ ਨੂੰ ਲੱਗਦਾ ਵੀ ਬਹੁਤ ਸੁੱਖ ਮਿਲੇਗਾ, ਅਤੇ ਸੁੱਖ ਦੀ ਆਕਾਂਸ਼ਾ ਕਰਕੇ ਹੋਇਆ ਨਾ। ਬੱਚੇ ਦੀ ਪਰਵਰਿਸ਼ ਕੀਤੀ, ਪੜ੍ਹਾਇਆ ਲਿਖਾਇਆ, ਸੁੱਖ ਦਾ ਖਿਆਲ ਕਰਕੇ ਸੁੱਖ ਮਿਲੇਗਾ। ਫਿਰ ਧਿਆਨ ਜੁੜ ਗਿਆ ਬੱਚੇ ਨਾਲ, ਪਿਆਰ ਪੈ ਗਿਆ, ਮੋਹ ਪੈ ਗਿਆ, ਅਤੇ ਜਦੋਂ ਉਹ ਟੁੱਟੇਗਾ ਮੋਹ, ਜਦੋਂ ਛੁੱਟੇਗਾ ਮੋਹ, ਫਿਰ ਕਿੰਨਾ ਨਾ ਦੁੱਖ ਹੋਵੇਗਾ। ਉਹਦਾ ਪਹਿਲਾਂ ਨਹੀਂ ਨਾ ਪਤਾ ਲੱਗਦਾ, ਉਹ ਤੇ ਬਾਅਦ ਵਿੱਚ ਹੀ ਪਤਾ ਲੱਗੇਗਾ। ਜਦੋਂ ਦੂਰ ਹੋਵੋਗੇ ਜਾਂ ਉਹ ਦੂਰ ਹੋ ਜਾਵੇਗਾ ਅੱਖਾਂ ਤੋਂ, ਪਰ ਸੁੱਖ ਤੋਂ ਸ਼ੁਰੂਆਤ ਹੋਈ। ਜਿਵੇਂ ਇਹ ਕਹਾਣੀ ਦੁਆਰਾ ਦੱਸਿਆ ਜਾ ਰਿਹਾ ਹੈ ਵੀ ਇੱਕ ਭਰਾ ਜਿਹੜਾ ਹੈ ਦੂਸਰੇ ਭਰਾ ਦੇ ਲੜਕੇ ਦੀ ਸ਼ਾਦੀ ਵਾਸਤੇ ਛਿੱਤਰ ਖਾਣ ਨੂੰ ਤਿਆਰ ਹੋ ਗਿਆ। ਅਗਰ ਇਹ ਸਮਝਦਾਰ ਹੁੰਦਾ ਤਾਂ ਕਹਿੰਦਾ ਛਿੱਤਰ ਕਿਉਂ ਖਾਣੇ ਆ ਭਈ, ਆਪਾਂ ਚਲੋ ਵਾਪਸ ਚੱਲੀਏ। ਮੁੰਡੇ ਨੂੰ ਕਹਿੰਦੇ ਤੂੰ ਆਪੇ ਸ਼ਾਦੀ ਕਰ ਲਈ। ਤੂੰ ਖਾ ਛਿੱਤਰ, ਨਾਲੇ ਸ਼ਾਦੀ ਕਰਕੇ ਬਾਅਦ ਦੇ ਵਿੱਚ ਹੀ ਖਾਣੇ ਹੀ ਆ ਸਾਰੀ ਜ਼ਿੰਦਗੀ। ਅਤੇ ਛਿੱਤਰਾਂ ਦੀ ਤਿਆਰੀ ਤਾਂ ਪਹਿਲਾਂ ਹੀ ਉਹ ਕੀਤੀ ਜਾ ਰਹੀ ਹੈ। ਵਿਆਹ ਦੀ ਸ਼ੁਰੂਆਤ ਬੜੀ ਖੁਸ਼ੀ ਨਾਲ ਕਰਦੇ ਹਨ, ਧੂਮ ਧਾਮ ਨਾਲ ਲੋਕ ਕਰਦੇ। ਅਤੇ ਆਦਮੀ ਸੋਚਦਾ ਵੀ ਹੈ ਜਿਹੜਾ ਸ਼ਾਦੀशुदा ਨਹੀਂ ਵੀ ਸ਼ਾਦੀ ਹੋ ਜੂਗੀ, ਬੜੇ ਸੁੱਖ ਮਿਲਣਗੇ, ਬੜਾ ਮਜ਼ਾ ਆਊ ਜ਼ਿੰਦਗੀ ਦਾ, ਲਾਈਫ ਦਾ ਕਹਿੰਦੇ ਮਜ਼ਾ ਹੀ। ਪਹਿਲਾਂ ਇੱਦਾਂ ਸੋਚਦਾ ਹੈ ਆਦਮੀ, ਬਾਅਦ ਵਿੱਚ ਅਤੇ ਧੀਰੇ ਧੀਰੇ ਫਿਰ ਨਰਕ ਵੱਧਦਾ ਹੈ। ਜਿਵੇਂ ਜਿਵੇਂ ਮੋਹ ਵੱਧਦਾ ਹੈ ਪਰਿਵਾਰ ਨਾਲ, ਬੱਚਿਆਂ ਨਾਲ, ਫਿਰ ਔਖਾ ਹੁੰਦਾ ਜਾਂਦਾ। ਪਰ ਸ਼ੁਰੂਆਤ ਫਿਰ ਜਿਹੜੇ ਕਰਾਉਣ ਵਾਲੇ ਹਨ ਸ਼ੁਰੂਆਤ, ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਨਰਕ ਭੋਗ ਰਹੇ ਹਾਂ, ਇਹ ਵੀ ਭੋਗੇਗਾ। ਦੇਖੋ ਕਿੰਨੀ ਖੁਸ਼ੀ ਖੁਸ਼ੀ ਕਰਦੇ ਹਨ, ਅਗਲੇ ਨੂੰ ਨਰਕਾਂ ਦੇ ਵਿੱਚ ਸੁੱਟ ਰਹੇ ਹਨ, ਦੁੱਖਾਂ ਦੇ ਵਿੱਚ ਸੁੱਟ ਰਹੇ ਹਨ, ਅਤੇ ਖੁਸ਼ ਹੋ ਰਹੇ ਹਨ। ਆਪਣੇ ਹੀ ਤੁਹਾਡੇ ਨੱਚਦੇ ਹਨ, ਟੱਪਦੇ ਹਨ। ਇਹ ਸਭ ਦੁਸ਼ਮਣ ਹਨ ਤੁਹਾਡੇ, ਜਿਹੜੇ ਫਸਾ ਰਹੇ ਤੁਹਾਨੂੰ। ਤੁਸੀਂ ਸੋਚਦੇ ਤੁਹਾਡੀ ਖੁਸ਼ੀ ਦੇ ਵਿੱਚ ਸ਼ਾਮਲ, ਤੁਹਾਡੇ ਵਾਸਤੇ ਹਿੱਤਰਕਾਰ ਹੈ, ਤੁਹਾਨੂੰ ਫਸਾ ਰਹੇ ਹਨ। ਫਾਸਨ ਕੀ ਬਿਦ ਸਭ ਕੋ ਜਾਣੇ, ਸਭ ਫਸ ਰਹੇ ਹਨ ਅਤੇ ਇੱਕ ਦੂਸਰੇ ਨੂੰ ਫਸਾ ਰਹੇ ਹਨ। ਅਤੇ ਦੁੱਖ ਦੀ ਸ਼ੁਰੂਆਤ ਸੁੱਖ ਤੋਂ ਹੁੰਦੀ ਹੈ, ਇਸ ਕਰਕੇ ਪਤਾ ਨਹੀਂ ਲੱਗਦਾ ਹੈ ਦੁੱਖ ਦਾ। ਤੁਸੀਂ ਚਾਹੁੰਦੇ ਤਾਂ ਸੁੱਖ ਸੁੱਖ ਹੀ ਹੋ ਸਕਦਾ, ਤੁਸੀਂ ਸੋਚਦੇ ਹੋ ਸੁੱਖ ਦੇ ਬੀਜ ਬੀਜ ਰਹੇ ਹਾਂ। ਕਹਿੰਦੇ ਹਨ ਨਾ ਵੀ ਜੈਸਾ ਬੀਜਿਆ ਸੋ ਲੂਣੇ, ਕਰਮਾਂ ਸੰਦੜਾ ਖੇਤ। ਅਸੀਂ ਸੁੱਖ ਦੇ ਬੀਜ ਬੀਜ ਰਹੇ, ਕਈ ਇਉਂ ਸੋਚਦੇ ਹਨ। ਪਰ ਭਗਤ ਜੀ ਕਹਿੰਦੇ ਹਨ ਵੀ ਲੋੜ ਇਹ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ। ਜੱਟ ਕਿੱਕਰ ਨਹੀਂ ਬੀਜ ਰਿਹਾ ਹੈ, ਤੁਸੀਂ ਸਾਰੇ ਕਿੱਕਰਾਂ ਬੀਜ ਰਹੇ ਹੋ। ਖਿਆਲ ਹੈ ਵੀ ਫਲ ਬੜੇ ਸਵਾਦਿਸ਼ਟ ਹੋਣਗੇ, ਦਾਖ ਬਜੂਰੀਆਂ, ਆਹ ਮਿੱਠੇ ਫਲ, ਅਤੇ ਬੀਜ ਕੀ ਰਹੇ ਹੋ। ਇਹ ਜਿਹੜੇ ਫਲ ਹਨ ਨਾ, ਜਿਨ੍ਹਾਂ ਨੂੰ ਤੁਸੀਂ ਮਿੱਠੇ ਕਹਿੰਦੇ ਹੋ, ਧੀਆਂ ਪੁੱਤਰਾਂ ਨੂੰ ਮਿੱਠੇ ਫਲ ਕਹਿੰਦੇ ਹਨ ਲੋਕ। ਪੁੱਤੀ ਗੰਢ ਪਵੇ ਸੰਸਾਰ, ਬੜਾ ਕੀਰਤਨ ਕਰਨਗੇ,
ਪਰ ਗੰਢ ਸੰਸਾਰ ਦੇ ਨਾਲ ਹੀ ਪਾ ਰਹੇ ਹਨ, ਪਰਮਾਤਮਾ ਨਾਲ ਥੋੜ੍ਹੀ ਪਾ ਰਹੇ। ਸਿਫਤੇ ਗੰਢ ਪਵੇ ਕਰਤਾਰ, ਸਿਫਤ ਕਰੋ ਕਰਤਾਰ ਨਾਲ, ਕਰਤਾਰ ਦੀ ਸਿਫਤ ਕਰੋ ਅਤੇ ਕਰਤਾਰ ਨਾਲ ਗੰਢ ਪਾਊਗੀ। ਪਰ ਪੁੱਤਰੀ ਗੰਢ, ਕੋ ਪੁੱਤਰਾਂ ਦੀ ਸਿਫਤ ਕਰੋਗੇ ਗੰਢ ਸੰਸਾਰ ਨਾਲ ਪਵੇਗੀ। ਅਤੇ ਲੋਕ ਪੁੱਤਰਾਂ ਦੀ ਸਿਫਤਾਂ ਕਰ ਰਹੇ ਹਨ, ਬੱਚਿਆਂ ਦੀਆਂ ਸਿਫਤਾਂ ਕਰ ਰਹੇ ਹਨ। ਅਤੇ ਸਤਿਪੁਰਖਾਂ ਦੀ ਬਾਣੀ ਪੜ੍ਹ ਕੇ ਵੀ ਅਤੇ ਸੰਸਾਰ ਦੇ ਨਾਲ ਹੀ ਗੰਢ ਪੈਂਦੀ ਹੈ। ਅਤੇ ਜਿੰਨੀ ਗੰਢ ਮਜ਼ਬੂਤ ਹੁੰਦੀ ਜਾਂਦੀ ਹੈ, ਉਨੀ ਖੁੱਲ੍ਹਣੀ ਵੀ ਔਖੀ ਹੋ ਜਾਂਦੀ ਹੈ। ਅਤੇ ਗਾਹਾਂ ਤੋਂ ਗਾਹਾਂ ਗੰਢ ਮਜ਼ਬੂਤ ਹੀ ਹੁੰਦੀ ਹੈ। ਗੰਢ ਦੇ ਉੱਪਰ ਹੋਰ ਗੰਢ, ਜਿਵੇਂ ਜਿਵੇਂ ਆਦਮੀ ਵਿਚਰਦਾ ਹੈ ਸੰਸਾਰ ਦੇ ਵਿੱਚ। ਅਤੇ ਇਹ ਤੁਹਾਡੇ ਆਪਣੇ ਹੀ, ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝਦੇ ਹੋ, ਜਿਨ੍ਹਾਂ ਦਾ ਤੁਸੀਂ ਕਹਿੰਦੇ ਹੋ ਧਿਆਨ ਰੱਖਣ ਵਾਸਤੇ, ਖਿਆਲ ਰੱਖਣ ਵਾਸਤੇ, ਅਤੇ ਇਹਨਾਂ ਦਾ ਧਿਆਨ ਕਰਦੇ ਕਰਦੇ ਇਹਨਾਂ ਦੇ ਨਾਲ ਹੀ ਜੁੜ ਜਾਓਗੇ। ਤੁਹਾਡੀ ਸੁਰਤ ਇੱਥੇ ਹੀ ਭਟਕਦੀ ਰਹੇਗੀ। ਅਤੇ ਸਤਿਪੁਰਖ ਕਹਿੰਦੇ ਹਨ ਵੀ ਦੁਨੀਆ ਦੇ ਨਾਲ ਚਿੱਤ ਨਾ ਲਾਓ, ਚਿੱਤ ਕਰਤਾਰ ਦੇ ਨਾਲ ਲਾਓ। ਦੁਨੀਆ ਦੀ ਖਾਤਰ ਨਾ ਜੀਓ, दीन गवाया दुनी स्यों, दुनी न चले साथ। दुनिया वास्ते ना जियो, दूसरे वास्ते ना जियो। अक्सर तो इवें कहा जाता है संसार विच, लोकां नूं पुछो, वो कहते माता पिता कहते हैं बच्चों वास्ते जी रहे हैं, बच्चे माता पिता वास्ते जी रहे हैं। कोई किसी वास्ते जी रहा है, कोई किसी वास्ते जी रहा है। जिहदे वास्ते तुसी जी रहे हो वो तुहाडा इत्थे छुट जाना है। तुहाडी सुरत वध जानी। मात पिता सुत बंध जन हित जास्यों कीना, अंध काल संग नह को डार अगन में दीन। उस शरीर नूं आप ही देख लो जिन्हां दा तुसीं इन्ना ध्यान रखदे हो, रख के घरां चले जाते, 2 दिन बाद भुल जाणगे, थोड़े दिन याद रखते, किन्ना रखणगे, होर काम भी है उन्हां नूं। ते अपना जीवन जिहड़ा है उन्हां वास्ते ना गवाओ। जिहड़े तुहानूं फसा रहे हैं, उलझा रहे हैं। मुक्त पुरुष कहते हैं भी सारे ही आपो अपने कर्म भोग रहे हैं, ते अपने अपने कर्मां अनुसार सारिਆਂ ਨੂੰ मिलेगा। ਤੁਹਾਨੂੰ ਆਪੋ ਆਪਣੇ जिन्ने उन्हां दे कर्मां दे विच छित्र ਹਨ ਉਹਨੂੰ ਖਾਣ ਦਿਓ। लेकिन तुसीं इस तो बाहर आ सकते हो। पर यह बहुत कठिन है, ख्याल विच लो। ऐसा नहीं है कि सतपुरखां दे उपदेश देखो अजोके समय दे विच किन्ने लोग सुनते हैं, स्पीकरां दे विच चल रहे हैं बाणी, टेलीफोन द्वारा कई कीर्तन ही सुनते रहते हैं, कई पाठ सुनते रहते हैं।
ਫਿਰ ਵੀ ਉਹਨਾਂ ਦਾ ਅਸਰ ਨਹੀਂ ਹੁੰਦਾ ਹੈ, ਖਿਆਲ ਵਿੱਚ ਨਹੀਂ ਰਹਿੰਦੇ ਹਨ, ਦੁਨਿਆਵੀ ਗੱਲਾਂ ਦਾ ਹੁੰਦਾ ਹੈ, ਕਿਉਂਕਿ ਦੁਨਿਆਵੀ ਤਲ 'ਤੇ ਤੁਸੀਂ ਵਿਚਰ ਰਹੇ ਹੋ। ਇਹੋ ਜਿਹੀਆਂ ਕਹਾਣੀਆਂ ਜ਼ਿਆਦਾ ਅਸਰ ਕਰਦੀਆਂ ਹਨ ਤੇ ਸਮਝ ਵਿੱਚ ਆ ਜਾਂਦੀਆਂ ਹਨ, ਅਤੇ ਲੋਕ ਅਮਲ ਵੀ ਕਰਦੇ ਹਨ, ਬਹੁਤ ਪਾਉਂਦੇ ਹਨ ਇੱਕ ਦੂਸਰੇ। ਆਪਣਿਆਂ ਦਾ ਖਿਆਲ ਰੱਖੋ, ਹੁਣ ਖਿਆਲ ਆਪਣਿਆਂ 'ਚ ਹੀ ਫਸਾ ਲਓ, ਅਤੇ ਜਿਹੜਾ ਆਪਣਾ ਹੈ ਤੁਹਾਡਾ ਨਿੱਜੀ, ਉਧਰ ਖਿਆਲ ਹੀ ਨਹੀਂ ਰਹਿ ਜਾਂਦਾ ਤੁਹਾਡਾ। ਜਿਹੜੇ ਆਪਣੇ ਨਹੀਂ ਹਨ, ਆਪਣਾ ਹੈ ਥੋੜ੍ਹੀ ਕੋਈ, ਜਿਨ੍ਹਾਂ ਨੂੰ ਤੁਸੀਂ ਆਪਣਾ ਕਹਿੰਦੇ, ਸਿਰਫ ਖਿਆਲ ਹੀ ਹੈ ਕਿ ਸਾਡੇ ਘਰ ਜੰਮਿਆ ਅਤੇ ਮੇਰਾ ਹੋ ਗਿਆ। ਉਹ ਕਿਵੇਂ ਹੋ ਗਿਆ? ਆਪਣਾ ਕੋਈ ਨਹੀਂ ਹੈ। ਇਸੇ ਕਾਰਨ ਹੀ ਤੇ ਕਿਹਾ ਸੀ, ਜਿਨ੍ਹਾਂ ਨੇ ਜਾਣਿਆ ਸੀ ਹਮਰਾ ਕੋ ਨਾ ਹਮ ਕਿਸਹੂ ਕੇ ਨਾ, ਜਿਨਹਿ ਰਚ ਨ ਰਚਾਇਆ ਤਿਸ ਹੀ ਮਾਹਿ ਸਮ। ਬਾਹਰੋਂ ਨਹੀਂ ਹੈ ਆਪਣਾ ਕੋਈ ਵੀ, ਬਾਹਰੋਂ ਸੰਬੰਧ ਸਭ ਝੂਠ ਹੈ, ਝੂਠੇ ਸੰਬੰਧ, ਝੂਠੀ ਪ੍ਰੀਤ, ਜਗਤ में ਝੂਠੀ ਦੇਖੀ ਪ੍ਰੀਤ, ਇਹ ਸਭ ਪ੍ਰੀਤਾਂ ਝੂਠੀਆਂ ਹਨ। ਭਾਵੇਂ ਇੱਕ ਦੂਸਰੇ ਵਾਸਤੇ ਲੋਕ ਖਾ ਵੀ ਰਹੇ ਹਨ ਜੁੱਤੀਆਂ, ਤਾਂ ਵੀ ਝੂਠ ਹੈ, ਝੂਠ ਦੀ ਖਾਤਰ ਹੀ ਖਾ ਰਹੇ ਹਨ। ਅਤੇ ਜਿਨ੍ਹਾਂ ਨੇ ਜਾਣੀ ਸੀ ਝੂਠੀ ਹੈ ਸੰਸਾਰ ਦੀ ਪ੍ਰੀਤ, ਉਹਨਾਂ ਨੇ ਫਿਰ ਉਹਦੇ ਨਾਲ ਪ੍ਰੀਤ ਪਾਈ ਸੀ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰ, ਤੁਮ ਸਿਉ ਜੋਰ ਅਵਰ ਸੰਗ ਤੋੜੀ, ਉਹਨਾਂ ਨੇ ਸਾਰਿਆਂ ਨਾਲੋਂ ਤੋੜ ਦਿੱਤੀ ਸੀ, ਉਹ ਇਸ ਇੱਕ ਦੇ ਨਾਲ ਜੋੜਦੀ ਸੀ। ਅਨੇਕਤਾ ਦੇ ਨਾਲ ਜੋੜੋਗੇ ਦੁੱਖ ਪਾਓਗੇ, ਭਟਕੋਗੇ, ਇੱਕ ਦੇ ਨਾਲ ਜੁੜੋਗੇ ਤਾਂ ਸਦਾ ਇੱਕ ਦੇ ਵਿੱਚ ਥਿਰ ਹੋ ਜਾਓਗੇ, ਥਿਰ ਹੋ ਜਾਓਗੇ, ਥਿਰ ਹੋ ਜਾਓਗੇ।